मतलब कि न्यू एजुकेशन पॉलिसी 2020 है की है? ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਨਿਊ ਐਜੂਕੇਸ਼ਨ ਸਿਸਟਮ ਹੈ ਇੰਡੀਆ ਦਾ ਉਹਦੀ ਜਿਹੜੀ ਵਿਜ਼ਨ ਹੈ ਉਹਨੂੰ ਮਤਲਬ ਕਿ ਆਊਟਲਾਈਨ ਕੀਤਾ ਗਿਆ ਹੈ ਐਂਡ ਜਿਹੜੀ ਆਪਣੀ ਪ੍ਰੀਵੀਅਸ 1986 ਦੀ ਜੋ ਪਾਲਿਸੀ ਸੀ ਉਹਨੂੰ ਰਿਪਲੇਸ ਕੀਤਾ ਗਿਆ ਹੈ। ਜਿਹੜੀ ਨਿਊ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਉਹਦਾ ਮੇਨ ਵਿਜ਼ਨ ਕੀ ਹੈ? ਅਨਸਕਿਲਡ ਲਰਨਰ ਨੇ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਵਿਦ ਸਕਿਲਸ। ਨਵਾਂ ਪੈਟਰਨ ਇਹਨਾਂ ਨੇ ਇੰਪਲੀਮੈਂਟ ਕੀਤਾ ਆ 5+3+3+4 ਵਾਲਾ ਕਿ ਜਿਹੜਾ ਹਾਇਰ ਐਜੂਕੇਸ਼ਨ ਦੇ ਅਕੋਰਡਿੰਗ ਮਤਲਬ ਕਿ ਇਹਦਾ ਕੀ ਸਟਰਕਚਰ ਹੈ ਐਨਈਪੀ ਦਾ? ਅਗਰ ਸਟੂਡੈਂਟ ਨੇ 4 ਈਅਰ ਦੀ ਗ੍ਰੈਜੂਏਸ਼ਨ ਕਰਨੀ ਹੋਈ ਹੈ ਤਾਂ ਉਹ ਸਟੂਡੈਂਟ ਨੂੰ ਮਾਸਟਰਸ ਹੈ ਜਿਹੜੀ ਉਹ 1 ਸਾਲ ਦੀ ਹੀ ਕਰਨੀ ਪਊਗੀ। ਇੱਕ ਫੀਸ ਜਿਹੜੀ ਆ ਉਹ ਫਿਕਸ ਕਰ ਦਿੱਤੀ ਜਾਊਗੀ ਕਿ ਇੰਨੇ ਲਿਮਿਟ ਤੋਂ ਉੱਪਰ ਜੋ ਵੀ ਪ੍ਰਾਈਵੇਟ ਸਕੂਲਸ ਵਗੈਰਾ ਨੇ ਉਹ ਫੀਸ ਚਾਰਜ ਨਹੀਂ ਕਰ ਸਕਣਗੇ। ਤਾਂ ਇਹ ਸ਼ਾਇਦ ਇੱਕ ਬੈਸਟ ਪੋਜ਼ਿਟਿਵ ਪੁਆਇੰਟ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦਿਲਪ੍ਰੀਤ ਕੌਰ ਕਮਰਸ ਵਿਭਾਗ ਦੀ ਐਮਕਾਮ 2 ਦੀ ਵਿਦਿਆਰਥਣ ਹਾਂ ਤੇ ਅੱਜ ਅਸੀਂ ਸਾਰੇ ਇੱਥੇ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਬਾਰੇ ਚਰਚਾ ਕਰਨ ਲਈ ਤੁਹਾਡੇ ਰੂਬਰੂ ਹੋਏ ਹਾਂ। ਸੋ ਮੇਰੇ ਨਾਲ ਨੇ ਕਮਰਸ ਵਿਭਾਗ ਦੇ ਵਿਦਿਆਰਥੀ ਜਿਨ੍ਹਾਂ ਦਾ ਪਹਿਲਾ ਨਾਮ ਹੈ ਨੈਂਸੀ ਰਾਣਾ, ਕੁਲਵਿੰਦਰ ਕੌਰ ਤੇ ਜਸ਼ਨਦੀਪ ਕੌਰ ਤੇ ਨਵਜੋਤ ਕੌਰ। ਸੋ ਮੇਰਾ ਪਹਿਲਾ ਕੁਐਸਚਨ ਨੈਂਸੀ ਰਾਣਾ ਤੋਂ ਹੈ ਕਿ ਮਤਲਬ ਕਿ ਨਿਊ ਐਜੂਕੇਸ਼ਨ ਪਾਲਿਸੀ 2020 ਹੈ ਕੀ ਹੈ? ਨਿਊ ਐਜੂਕੇਸ਼ਨ 2020 ਪਾਲਿਸੀ ਜਿਹੜੀ ਹੈਗੀ ਹੈ ਉਹ ਇੰਡੀਆ ਦੀ 3rd ਐਜੂਕੇਸ਼ਨ ਪਾਲਿਸੀ ਹੈ। ਇਸ ਤੋਂ ਪਹਿਲਾਂ ਵੀ ਮਤਲਬ ਲਾਈਕ 2 ਪਾਲਿਸੀਜ਼ ਆ ਚੁੱਕੀਆਂ ਨੇ। ਇਹ ਜਿਹੜੀ ਪਾਲਿਸੀ ਹੈ ਇਹ ਯੂਨੀਅਨ ਕੈਬਨਿਟ ਆਫ ਇੰਡੀਆ ਨੇ ਮਤਲਬ ਕਿ 29 ਜੁਲਾਈ 2020 ਦੇ ਵਿੱਚ ਇਹਨੂੰ ਅਪਰੂਵ ਕੀਤਾ ਸੀਗਾ ਡਾਕਟਰ ਕਸਤੂਰੀ ਰੰਗਨ ਜੀ ਦੀ ਚੇਅਰਮੈਨਸ਼ਿਪ ਦੇ ਅੰਡਰ, ਜੋ ਕਿ ਇਸਰੋ ਦੇ ਚੀਫ ਰਹਿ ਚੁੱਕੇ ਨੇ। ਐਂਡ ਇਸ ਜਿਹੜੀ ਮਤਲਬ ਆਪਣੀ ਪਾਲਿਸੀ ਹੈ ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਨਿਊ ਐਜੂਕੇਸ਼ਨ ਸਿਸਟਮ ਹੈ ਇੰਡੀਆ ਦਾ ਉਹਦੀ ਜਿਹੜੀ ਵਿਜ਼ਨ ਹੈ ਉਹਨੂੰ ਮਤਲਬ ਕਿ ਆਊਟਲਾਈਨ ਕੀਤਾ ਗਿਆ ਹੈ ਐਂਡ ਜਿਹੜੀ ਆਪਣੀ ਪ੍ਰੀਵੀਅਸ 1986 ਦੀ ਜੋ ਪਾਲਿਸੀ ਸੀ ਉਹਨੂੰ ਰਿਪਲੇਸ ਕੀਤਾ ਗਿਆ ਇਸ। ਸੋ ਮੇਰਾ ਨੈਕਸਟ ਕੁਐਸਚਨ ਹੈ ਕੁਲਵਿੰਦਰ ਤੋਂ ਕਿ ਮਤਲਬ ਕਿ ਜਿਹੜੀ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਉਹਦਾ ਮੇਨ ਵਿਜ਼ਨ ਕੀ ਹੈ? ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ ਮੇਨ ਵਿਜ਼ਨ ਇਹ ਹੈ ਵੀ ਜਿਹੜੇ ਵੀ ਅੰਡਰ ਡਿਵੈਲਪ ਅਨਸਕਿਲਡ ਲਰਨਰ ਨੇ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਵਿਦ ਸਕਿਲਸ। ਤੇ ਇਹਦੇ ਵਿੱਚ ਮੇਨ ਮੋਟਿਵ ਇਹ ਰੱਖਿਆ ਗਿਆ ਵੀ ਜਿਹੜੇ 2 ਕਰੋੜ ਅਨਲਰਨਰ ਸਟੂਡੈਂਟਸ ਨੇ ਉਹਨਾਂ ਨੂੰ ਇਸ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅੰਡਰ ਲੈ ਕੇ ਆਉਣਾ ਤੇ ਉਹਨਾਂ ਨੂੰ ਇਹੋ ਜਿਹੀ ਐਜੂਕੇਸ਼ਨ ਪ੍ਰੋਵਾਈਡ ਕਰਨੀ ਤਾਂ ਕਿ ਜੋ ਉਹ ਮਲਟੀ ਡਿਸਿਪਲਿਨਰੀ ਅਪਰੋਚ ਨੂੰ ਫੋਲੋ ਕਰ ਸਕਣ। ਓਕੇ, ਸੋ ਮੇਰਾ ਨੈਕਸਟ ਕੁਐਸਚਨ ਜਸ਼ਨ ਤੋਂ ਹੈ ਕਿ ਇਹ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਇਸ ਦੇ ਬਾਰੇ ਮਤਲਬ ਕਿ ਸਕੂਲ ਪੁਆਇੰਟ ਆਫ ਵਿਊ ਨਾਲ ਕੀ ਸਟਰਕਚਰ ਹੈ ਇਹਦਾ? ਜੋ ਆਪਣੀ ਪੁਰਾਣੀ ਐਜੂਕੇਸ਼ਨਲ ਪਾਲਿਸੀ ਸੀਗੀ ਉਸ ਦੇ ਵਿੱਚ 10+2 ਵਾਲਾ ਜਿਹੜਾ ਪੈਟਰਨ ਸੀਗਾ ਉਹ ਫੋਲੋ ਕੀਤਾ ਜਾਂਦਾ ਸੀਗਾ। ਉਸ ਨੂੰ ਰਿਪਲੇਸ ਕਰਕੇ ਇਹ ਨਵਾਂ ਪੈਟਰਨ ਇਹਨਾਂ ਨੇ ਇੰਪਲੀਮੈਂਟ ਕੀਤਾ ਆ 5+3+3+4 ਵਾਲਾ। 4 ਸਟੇਜਸ ਨੇ। ਇਸ ਦੇ ਵਿੱਚ ਜਿਹੜੀ ਫਸਟ ਸਟੇਜ ਆ 5 ਇਅਰਸ ਦੀ ਉਹ ਹੈ ਫਾਊਂਡੇਸ਼ਨ ਸਟੇਜ। ਇਸ ਨੂੰ ਵੀ ਅੱਗੇ 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਆ 3+2। 3 ਇਅਰਸ ਦੇ ਵਿੱਚ ਕੀ ਹੋਊਗਾ ਪਲੇਵੇ ਸਿਸਟਮ ਹੋਊਗਾ ਤੇ ਸਟੂਡੈਂਟਸ ਮਤਲਬ ਗੇਮਸ ਜੀ ਉਹਨਾਂ ਨੂੰ ਐਕਟੀਵਿਟੀਜ਼ ਦੇ ਅਕੋਰਡਿੰਗਲੀ ਸੀ ਉਹਨਾਂ ਨੂੰ ਲਰਨਿੰਗ ਪ੍ਰੋਵਾਈਡ ਕੀਤੀ ਜਾਊਗੀ। ਤੇ ਜਿਹੜੇ ਨੈਕਸਟ 2 ਇਅਰਸ ਨੇ ਉਸ ਦੇ ਵਿੱਚ ਫਸਟ ਤੇ ਸੈਕਿੰਡ ਕਲਾਸ ਬੱਚਾ ਕੰਪਲੀਟ ਕਰੇਗਾ ਆਪਣੀ। ਉਸ ਦੇ ਵਿੱਚ ਵੀ ਐਕਟੀਵਿਟੀ ਬੇਸਡ ਹੀ ਲਰਨਿੰਗ ਹੋਊਗੀ, ਕੋਈ ਐਗਜ਼ਾਮ ਨਹੀਂ ਹੋਣਗੇ। ਤੇ ਜਿਹੜੀ ਆਪਣੀ ਸੈਕਿੰਡ ਸਟੇਜ ਹੈ ਪ੍ਰੀ ਪੈਰੇਟਰੀ ਸਟੇਜ ਉਹ 3 ਇਅਰਸ ਦੀ ਹੈ। ਇਸ ਦੇ ਵਿੱਚ ਬੱਚੇ 3rd to 5th ਕਲਾਸ ਨੂੰ ਕੰਪਲੀਟ ਕਰਨਗੇ ਤੇ ਇਸ ਦੇ ਵਿੱਚ ਐਗਜ਼ਾਮਸ ਨੇ ਜਿਹੜੇ ਬੱਚਿਆਂ ਦੇ ਉਹ ਲਏ ਜਾਣਗੇ ਤੇ ਬੱਚਿਆਂ ਨੂੰ ਆਪਣੀ ਹੀ ਮਦਰ ਟੰਗ ਦੇ ਵਿੱਚ ਐਜੂਕੇਟ ਕੀਤਾ ਜਾਊਗਾ, ਕੰਪਲਸਰੀ ਲੈਂਗੁਏਜ ਨਹੀਂ ਹੋਊਗੀ। ਤੇ ਆਪਣੀ ਜਿਹੜੀ 3rd ਸਟੇਜ ਆ ਉਹ ਹੈ ਮਿਡਲ ਸਟੇਜ। ਇਸ ਦੇ ਵਿੱਚ ਬੱਚਾ 6 to 8 ਕਲਾਸ ਕੰਪਲੀਟ ਕਰੇਗਾ ਤੇ ਮਤਲਬ ਐਗਜ਼ਾਮਸ ਹੋਣਗੇ। ਇਸ ਦੇ ਵਿੱਚ 6th ਕਲਾਸ ਤੋਂ ਹੀ ਬੱਚਿਆਂ ਨੂੰ ਕੋਡਿੰਗ ਸਿਖਾਈ ਜਾਊਗੀ ਤੇ ਵੋਕੇਸ਼ਨਲ ਐਜੂਕੇਸ਼ਨ ਦੇ ਲਈ ਉਹਨਾਂ ਨੂੰ ਆਊਟਡੋਰ ਕੀਤਾ ਜਾਊਗਾ ਤੇ ਤਾਂ ਕਿ ਜਿਹੜਾ ਬੱਚਾ ਹੈ ਆਪਣੀ ਸਕਿੱਲ ਨੂੰ ਡਿਵੈਲਪ ਕਰ ਸਕੇ ਤੇ ਜੋ ਆਪਣੀਆਂ ਐਕਟੀਵਿਟੀਜ਼ ਨੇ ਉਹਨਾਂ ਨੂੰ ਪਰਫਾਰਮ ਕਰ ਸਕੇ। ਤੇ 4th ਸਟੇਜ ਹੈ 4 ਈਅਰ ਸਟੇਜ। ਇਹ ਹੈਗੀ ਆ ਸੈਕੰਡਰੀ ਸਟੇਜ। ਇਸ ਦੇ ਵਿੱਚ 9th to +2 ਬੱਚੇ ਕੰਪਲੀਟ ਕਰਨਗੇ ਆਪਣੀ। ਤੇ ਇਸ ਸਟੇਜ ਦੇ ਵਿੱਚ ਕੋਈ ਮਤਲਬ ਸਟਰੀਮ ਸਿਸਟਮ ਨਹੀਂ ਹੋਊਗਾ। ਸਟਰੀਮ ਸਿਸਟਮ ਜਿਹੜਾ ਡਿਸਕੰਟੀਨਿਊ ਕੀਤਾ ਜਾਊਗਾ। ਬੱਚੇ ਆਪਣੀ ਚੋਇਸ ਦੇ ਅਕੋਰਡਿੰਗਲੀ ਹੀ ਆਪਣੇ ਜਿਹੜੇ ਸਬਜੈਕਟ ਨੇ ਉਹ ਚੂਜ਼ ਕਰ ਸਕਣਗੇ ਤੇ ਬੱਚਾ ਕੋਈ ਵੀ ਅਗਰ ਕੋਈ ਫੋਰਨ ਲੈਂਗੁਏਜ ਸਿੱਖਣੀ ਚਾਹੁੰਦਾ ਹੈ ਤਾਂ ਉਹ ਵੀ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਊਗੀ। ਓਕੇ, ਸੋ ਨਵਜੋਤ ਹੁਣ ਤੁਸੀਂ ਐਵੇਂ ਦੱਸੋ ਕਿ ਜਿਹੜਾ ਹਾਇਰ ਐਜੂਕੇਸ਼ਨ ਦੇ ਅਕੋਰਡਿੰਗ ਮਤਲਬ ਕਿ ਇਹਦਾ ਕੀ ਸਟਰਕਚਰ ਹੈ ਐਨਈਪੀ ਦਾ? ਦੇਖੋ ਜਿਵੇਂ ਆਪਣੇ ਹਾਇਰ ਐਜੂਕੇਸ਼ਨ ਦੇ ਵਿੱਚ ਪੀਜੀ ਕੋਰਸਿਸ ਹੁੰਦੇ ਨੇ ਤੇ ਯੂਜੀ ਕੋਰਸਿਸ ਹੁੰਦੇ ਨੇ। ਜਿਹੜੇ ਪੀਜੀ ਕੋਰਸਿਸ ਆ ਉਹਨਾਂ ਦੀ ਡਿਊਰੇਸ਼ਨ ਇਹਨਾਂ ਨੇ 3 to 4 ਇਅਰਸ ਕਰ ਦਿੱਤੀ ਹੈ। ਅਗਰ ਸਟੂਡੈਂਟ 1 ਈਅਰ ਕੰਪਲੀਟ ਕਰ ਲੈਂਦਾ ਤਾਂ ਉਹਨੂੰ ਯੂਜੀ ਸਰਟੀਫਿਕੇਟ ਹੈ ਜਿਹੜਾ ਦਿੱਤਾ ਜਾਊਗਾ। 2 ਈਅਰ ਕੰਪਲੀਸ਼ਨ ਤੋਂ ਬਾਅਦ ਉਹਨੂੰ ਡਿਪਲੋਮਾ ਦਾ ਜਿਹੜਾ ਸਰਟੀਫਿਕੇਟ ਉਹ ਮਿਲੂਗਾ ਤੇ 3 ਈਅਰ ਕੰਪਲੀਸ਼ਨ ਤੇ ਉਹਦੀ ਬੈਚਲਰ ਡਿਗਰੀ ਹੈ ਜਿਹੜੀ ਉਹ ਕੰਪਲੀਟ ਮੰਨੀ ਜਾਊਗੀ। ਅਗਰ ਸਟੂਡੈਂਟ ਆਪਣੀ ਸਟੱਡੀ ਨੂੰ ਅੱਗੇ ਹੀ ਪਰਸਿਊ ਕਰਨਾ ਚਾਹੁੰਦਾ ਹੈ
ਤਾਂ ਉਹਨੂੰ ਮਤਲਬ ਕਿ ਅਗਲਾ ਜਿਹੜਾ 4th ਈਅਰ ਹੈ ਤਾਂ ਉੱਥੇ ਕੰਟੀਨਿਊ ਕਰ ਸਕਦਾ ਹੈ। ਤਾਂ ਉਹ ਜਿਹੜਾ 4th ਈਅਰ ਹੋਊਗਾ ਉਹਦਾ ਰਿਸਰਚ ਦਾ ਮੰਨਿਆ ਜਾਊਗਾ, ਉਹਦੇ ਵਿੱਚ ਉਹਨੂੰ ਪ੍ਰੋਜੈਕਟ ਦਿੱਤਾ ਜਾਊਗਾ, ਰਿਸਰਚ ਕਰਨ ਲਈ ਦਿੱਤੀ ਜਾਊਗੀ। ਤੇ ਜਿਹੜਾ ਆਪਣਾ ਮਾਸਟਰ ਦਾ ਪ੍ਰੋਗਰਾਮ ਹੈ ਜਿੱਦਾਂ ਕਿ ਆਪਣੇ ਪੀਜੀ ਕੋਰਸਿਸ, ਉਹਦੇ ਵਿੱਚ ਕੀ ਹੈ ਕਿ ਅਗਰ ਸਟੂਡੈਂਟ ਨੇ 4 ਈਅਰ ਦੀ ਗ੍ਰੈਜੂਏਸ਼ਨ ਕਰ ਲਈ ਹੋਈ ਹੈ ਤਾਂ ਉਹ ਸਟੂਡੈਂਟ ਨੂੰ ਮਾਸਟਰਸ ਹੈ ਜਿਹੜੀ ਉਹ 1 ਸਾਲ ਦੀ ਹੀ ਕਰਨੀ ਪਊਗੀ। ਅਗਰ ਸਟੂਡੈਂਟ ਨੇ ਬੈਚਲਰ ਡਿਗਰੀ ਕੀਤੀ ਹੈ 3 ਇਅਰਸ ਦੀ ਤਾਂ ਉਹਦੇ ਲਈ ਉਹਨੂੰ ਮਾਸਟਰਸ ਜਿਹੜੀ ਆ ਉਹ 2 ਈਅਰ ਦੀ ਕਰਨੀ ਪਊਗੀ। ਤਾਂ ਇਹਦੇ ਵਿੱਚ ਇਹਨਾਂ ਨੇ ਇੱਕ ਸਿਸਟਮ ਹੋਰ ਹੈ ਜਿਹੜਾ ਉਹ ਇੰਟਰੋਡਿਊਸ ਕੀਤਾ ਹੈ, ਉਹ ਹੈਗਾ ਅਕੈਡਮਿਕ ਕ੍ਰੈਡਿਟ ਆਫ ਬੈਂਕ ਦਾ। ਉਹ ਇਹਨਾਂ ਨੇ ਕ੍ਰੀਏਟ ਕੀਤਾ ਹੈ ਕਿ ਜਿਹੜੇ ਵੀ ਸਟੂਡੈਂਟ ਦੇ ਜਿੰਨੇ ਵੀ ਸਰਟੀਫਿਕੇਟਸ ਹੋਣਗੇ, ਜੋ ਵੀ ਕ੍ਰੈਡਿਟਸ ਉਹਨੂੰ ਹਾਇਰ ਐਜੂਕੇਸ਼ਨ ਇੰਸਟੀਟਿਊਟ 'ਚ ਮਿਲਣਗੇ, ਉਹਦੇ ਸਾਰੇ ਉਹਨੂੰ ਇੱਕ ਹੀ ਪਲੇਟਫਾਰਮ ਤੇ ਪ੍ਰੋਵਾਈਡ ਹੋ ਜਾਣਗੇ ਡਿਜੀਟਲੀ। ਜਿਵੇਂ ਕਿ ਆਪਣਾ ਡਿਜੀ ਲੋਕਰ, ਇਹਦੀ ਤੁਸੀਂ ਐਗਜ਼ਾਮਪਲ ਦੇਖ ਸਕਦੇ ਹੋ। ਤਾਂ ਉਹ ਇੱਕ ਨਿਊ ਇਨੀਸ਼ੀਏਟਿਵ ਹੈ ਇਹਨਾਂ ਦਾ। ਤੇ ਜਿਹੜੀ ਆਪਣੀ ਐਮਫਿਲ ਸੀਗੀ ਉਹ ਇਹਨਾਂ ਨੇ ਡਿਸਕੰਟੀਨਿਊ ਕਰ ਦਿੱਤੀ ਹੈ, ਤੇ PhD ਹੈ ਜਿਹੜੀ ਉਹ 4 ਇਅਰਸ ਦੀ ਹੀ ਰਹੂਗੀ। ਆਫਟਰ ਮਾਸਟਰਸ ਸਟੂਡੈਂਟ ਹੈ ਜਿਹੜਾ ਉਹ ਆਪਣੀ PhD ਜਿਹੜੀ ਹੈ ਪਰਸਿਊ ਕਰ ਸਕਦਾ ਹੈ। ਅਦਰਵਾਈਜ਼ ਅਗਰ ਸਟੂਡੈਂਟ ਨੇ ਗ੍ਰੈਜੂਏਸ਼ਨ 4 ਇਅਰਸ ਦੀ ਕੀਤੀ ਹੈ, ਮਲਟੀ ਡਿਸਪਲਿਨਰੀ ਡਿਗਰੀ ਪ੍ਰੋਗਰਾਮ ਕੀਤਾ ਹੈ, ਤਾਂ ਉਸ ਤੋਂ ਬਾਅਦ ਵੀ ਉਹ ਆਪਣੀ PhD ਜਿਹੜੀ ਹੈ ਉਹ ਕਰ ਸਕਦਾ ਹੈ। ਤੇ ਇਹਦੇ ਵਿੱਚ ਇੱਕ ਹੋਰ ਆਪਣਾ ਜਿਹੜਾ B.Ed ਹੁੰਦੀ ਹੈ, ਤੁਹਾਨੂੰ ਵੀ ਪਤਾ ਹੀ ਆ, ਉਹ B.Ed ਦੇ ਵਿੱਚ ਕੀ ਹੈ ਕਿ ਉਹ ਅਗਰ ਸਟੂਡੈਂਟ +2 ਤੋਂ ਬਾਅਦ B.Ed ਕਰਨਾ ਚਾਹੁੰਦਾ ਹੈ ਤਾਂ ਇਹ ਸਿਸਟਮ ਕਰਦਾ ਕਿ ਉਹ ਸਟੂਡੈਂਟ +2 ਤੋਂ ਬਾਅਦ 4 ਈਅਰ ਉਹਦੀ B.Ed ਹੋਊਗੀ 4 ਈਅਰ ਦੀ। ਅਗਰ ਉਹ ਗ੍ਰੈਜੂਏਸ਼ਨ ਤੋਂ ਬਾਅਦ 3 ਇਅਰਸ ਦੀ ਗ੍ਰੈਜੂਏਸ਼ਨ ਤੋਂ ਬਾਅਦ ਕਰਦਾ ਹੈ B.Ed ਤਾਂ ਉਹ 3 ਇਅਰਸ ਦੀ ਉਹਨੂੰ ਕਰਨੀ ਪਊਗੀ B.Ed। ਤਾਂ ਇਹ ਜਿਹੜਾ ਸਾਰਾ ਸਿਸਟਮ ਹੈ, ਇਹ ਇਹਨਾਂ ਦਾ ਸਟਰਕਚਰ ਹੈ ਹਾਇਰ ਐਜੂਕੇਸ਼ਨ ਦਾ। ਓਕੇ, ਸੋ ਮੇਰਾ ਨੈਕਸਟ ਕੁਐਸਚਨ ਇਹ ਹੈ ਕਿ ਮਤਲਬ ਕਿ ਮੇਨ ਫੋਕਸ ਕਿਸ ਚੀਜ਼ ਤੇ ਕਰਿਆ ਗਿਆ NEP ਨੇ, ਤੇ ਮਤਲਬ ਕਿ ਕਿਵੇਂ ਡਿਫਰੈਂਟ ਹੈ ਉਹ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ 1986 ਸੀਗੀ ਉਹਨਾਂ ਨਾਲੋਂ ਕਿਵੇਂ ਡਿਫਰੈਂਟ ਹੈ ਇਹ, ਮਤਲਬ ਕਿ ਮੇਨ ਫੋਕਸ ਕੀ ਹੈ ਇਸ ਪਾਲਿਸੀ ਦਾ? ਜਿਹੜੀ ਆਪਣੀ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਹੈ, ਇਹਦਾ ਫੋਕਸ ਮਤਲਬ ਕੀ ਹੈ ਕਿ ਮਲਟੀ ਡਿਸਪਲਿਨਰੀ ਅਪਰੋਚ ਫੋਲੋ ਕੀਤਾ ਜਾਵੇ। ਮਤਲਬ ਕਿ ਵੀ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਸਕੂਲ ਟਾਈਮ ਜਾਂ ਫਿਰ ਕਾਲਜ ਟਾਈਮ ਤੋਂ ਹੀ ਮਤਲਬ ਉਹਨਾਂ 'ਚ ਸਕਿੱਲ ਡਿਵੈਲਪਮੈਂਟ ਕੀਤੀ ਜਾਵੇ, ਸੋ ਦੈਟ ਕਿ ਜਦੋਂ ਉਹਨਾਂ ਦਾ ਉਹ ਐਜੂਕੇਸ਼ਨ ਵਾਲਾ ਟਾਈਮ ਪੀਰੀਅਡ ਖਤਮ ਹੋ ਜਾਂਦਾ ਤਾਂ ਉਹਨਾਂ ਕੋਲ ਉਹ ਸਕਿੱਲ ਪਹਿਲਾਂ ਹੀ ਡਿਵੈਲਪ ਹੋਵੇ। ਤੇ ਜਿਹੜਾ ਤੁਸੀਂ ਪੁੱਛਿਆ ਕਿ ਵੀ ਡਿਫਰੈਂਸ ਕਿਆ ਹੈ, ਤਾਂ ਜਿਹੜਾ ਆਪਣਾ ਕੀ ਕਹਿੰਦੇ ਆ ਪੁਰਾਣਾ ਜੋ ਸਿਸਟਮ ਸੀਗਾ, ਪੁਰਾਣੀ ਜੋ ਪਾਲਿਸੀ ਸੀ, ਉਹਦੇ ਵਿੱਚ ਜਸਟ ਇਹ ਸੀਗਾ ਕਿ ਵੀ ਸਭ ਬੱਚਿਆਂ ਨੂੰ ਮਤਲਬ ਇਕੁਅਲ ਓਪਰਚੁਨਿਟੀ ਪ੍ਰੋਵਾਈਡ ਕਰਨੀ ਹੈ ਐਜੂਕੇਸ਼ਨ ਦੀ। ਬਟ ਇਸ ਸਿਸਟਮ ਦੇ ਵਿੱਚ ਕਿਆ ਹੈ ਕਿ ਵੀ ਉਹਨਾਂ ਦੀ ਜਿਹੜੇ ਬੱਚੇ ਨੇ ਮਤਲਬ ਉਹਨਾਂ ਦੀ ਸਕਿੱਲ ਜੋ ਡਿਵੈਲਪ ਕਰਨੀ ਹੈ, ਮਤਲਬ ਇਹਦੇ ਵਿੱਚ ਪੂਰਾ ਫੋਕਸ ਸਕਿੱਲ ਡਿਵੈਲਪਮੈਂਟ ਦੇ ਉੱਤੇ, ਜਿਵੇਂ ਕ੍ਰਿਟੀਕਲ ਥਿੰਕਿੰਗ ਦੇ ਉੱਪਰ, ਇਹ ਚੀਜ਼ਾਂ ਉੱਪਰ ਫੋਕਸ ਕੀਤਾ ਗਿਆ। ਓਕੇ, ਸੋ ਕੁਲਵਿੰਦਰ ਤੁਸੀਂ ਇਹ ਦੱਸੋ ਕਿ ਮਤਲਬ ਕਿ ਕਿਹੜੀ ਰੈਗੂਲੇਟਰੀ ਬਾਡੀਜ਼ ਨੇ ਜਿਨ੍ਹਾਂ ਦੇ ਮਤਲਬ ਕਿ ਫਰੇਮ ਕੀਤਾ ਜਾਂ ਫਿਰ ਇਹਦੇ ਵਿੱਚ ਕੰਮ ਕਰਨਗੀਆਂ? ਇਹਦੇ ਵਿੱਚ ਮੇਨਲੀ 4 ਕੈਟਾਗਰੀਜ਼ ਨੇ ਜਿਹੜੀਆਂ ਵੀ ਰੈਗੂਲੇਟਰੀ ਬਾਡੀਜ਼ ਹੈਂਡਲ ਕਰਦੀਆਂ ਨੇ। ਫਸਟ ਵਨ ਹੈਗੀ ਆ ਨੈਸ਼ਨਲ ਐਜੂਕੇਸ਼ਨ ਗ੍ਰਾਂਟ ਕਾਉਂਸਲ, ਤੇ ਨੈਸ਼ਨਲ ਐਕ੍ਰੀਡੀਟੇਸ਼ਨ ਕਾਉਂਸਲ, ਨੈਸ਼ਨਲ ਹਾਇਰ ਐਜੂਕੇਸ਼ਨ ਕਾਉਂਸਲ ਤੇ ਜਰਨਲ ਹਾਇਰ ਐਜੂਕੇਸ਼ਨ ਕਾਉਂਸਲ। ਤੇ ਫਸਟ ਹੈਗੀ ਜਿਹੜੀ ਨੈਸ਼ਨਲ ਹਾਇਰ ਐਜੂਕੇਸ਼ਨ ਕਾਉਂਸਲ, ਉਹਦੇ ਵਿੱਚ ਕੀ ਆ ਜਿਹੜੀ ਤੁਹਾਨੂੰ ਫੰਡਿੰਗ ਆਊਗੀ, ਉਹ ਫੰਡਿੰਗ ਬੇਸ ਦੇ ਵਿੱਚ ਆ ਵੀ ਜਿਹੜੇ ਵੀ ਟੀਚਰਸ ਨੇ ਉਹਨਾਂ ਨੂੰ ਸਕਿੱਲ ਡਿਵੈਲਪ ਕਰਨੀ ਆ, ਅੱਗੇ ਉਹਨਾਂ ਨੂੰ ਫਰਦਰ ਅਪਰਚੁਨਿਟੀਜ਼ ਦੇਣੀਆਂ ਵੀ ਐਜੂਕੇਸ਼ਨ ਦੇ ਥਰੂ। ਤੇ ਸੈਕਿੰਡ ਹੈਗੀ ਜਿਹੜੀ ਆਪਾਂ ਨੂੰ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਕਿਵੇਂ ਮੇਨਟੇਨ ਕਰਨੇ ਨੇ, ਆਪਾਂ ਨੂੰ ਉਹਨਾਂ ਪਾਲਿਸੀਜ਼ ਨੂੰ ਕਿਵੇਂ ਰੈਗੂਲੇਟ ਕਰਨਾ ਹੈ ਤੇ ਕਿਵੇਂ ਉਹ ਕਾਲਜਿਸ ਤੇ ਸਕੂਲ ਦੇ ਵਿੱਚ ਇੰਪਲੀਮੈਂਟ ਕਰਵਾਉਣੀਆਂ ਨੇ, ਉਸ ਦੇ ਬੇਸ ਤੇ ਹੋਏਗੀ। ਤੇ ਜਿਹੜੀ ਥਰਡ ਆਪਣੀ ਐਜੂਕੇਸ਼ਨ ਰੈਗੂਲੇਟਰੀ ਬਾਡੀ ਹੈ, ਉਹਦੇ ਵਿੱਚ ਮੇਨ ਫੋਕਸ ਕੀਤਾ ਜਾਊਗਾ ਜਿਹੜੀ ਐਕ੍ਰੀਡੀਟੇਸ਼ਨ ਹੁੰਦੀ ਹੈ, ਜਿਵੇਂ ਵੀ ਸਕੋਰ ਬੇਸਡ ਹੁੰਦੇ ਨੇ, ਜਿਵੇਂ ਵੀ ਉਹਨਾਂ ਦੇ ਕਿਵੇਂ ਉਹਨਾਂ ਨੇ ਬੈਲੈਂਸ ਕਰਨਾ ਹੈ ਆਪਣੇ ਜਿੰਨੇ ਵੀ ਉਹਨਾਂ ਨੂੰ ਸਕੋਰਸ ਮਿਲਣਗੇ ਐਜੂਕੇਸ਼ਨ ਪਾਲਿਸੀ ਦੇ ਥਰੂ। ਤੇ ਫੋਰਥ ਵਨ ਹੈਗੀ ਹੈ ਜਿਹੜੀ ਆਪਾਂ ਨੂੰ ਹਾਇਰ ਐਜੂਕੇਸ਼ਨ ਕਾਉਂਸਲ ਹੈ, ਜਿਹੜੀ ਆਪਣੀ ਵੀ ਉਹ ਬੱਚਿਆਂ ਦੀ ਲਰਨਿੰਗ ਦੇ ਵਿੱਚ ਕੀ ਰੋਲ ਪਲੇ ਕਰ ਰਹੀ ਆ ਤੇ ਉਹ ਉਹਨਾਂ ਨੂੰ ਕਿਵੇਂ ਇੰਪਲੀਮੈਂਟ ਕਰਵਾ ਰਹੇ ਨੇ। ਓਕੇ, ਸੋ ਮੇਰਾ ਨੈਕਸਟ ਕੁਐਸਚਨ ਹੈ ਕਿ ਆਪਣੀ ਮਤਲਬ ਕਿ ਇੰਪਲੀਮੈਂਟਿੰਗ ਪਾਲਿਸੀ ਕੀ ਹੈ ਅੱਗੇ, ਕਿਵੇਂ ਮਤਲਬ ਕਿ ਕਦੋਂ ਕਿੱਥੇ ਇੰਪਲੀਮੈਂਟ ਹੋ ਗਿਆ ਜਾਂ ਕਿਵੇਂ ਹੋਊਗਾ ਅੱਗੇ? ਸੋ ਜਿੱਦਾਂ ਇਹ ਪਾਲਿਸੀ ਹੈ, ਇਹ ਜਿਹੜੀ ਸਭ ਤੋਂ ਪਹਿਲਾਂ ਇੰਪਲੀਮੈਂਟ ਹੋਈ ਸੀਗੀ ਉਹ ਉੱਤਰਾਖੰਡ ਦੇ ਵਿੱਚ ਇੰਪਲੀਮੈਂਟ ਹੋਈ ਸੀਗੀ। ਤੇ ਹੁਣ ਆਪਣੇ UGC ਦਾ ਮੇਨ ਫੋਕਸ ਹੈ ਕਿ ਆਪਾਂ ਇਹਨਾਂ ਨੂੰ 2023 ਦੇ ਵਿੱਚ 2024 ਦੇ ਵਿੱਚ ਇੰਪਲੀਮੈਂਟ ਕਰਨਾ ਹੈ। ਓਕੇ, ਸੋ ਨਵਜੋਤ ਤੁਸੀਂ ਇਹਦੇ ਮਤਲਬ ਕਿ ਥੋੜੇ ਪੋਜ਼ਿਟਿਵ ਪੁਆਇੰਟਸ ਦੱਸ ਸਕਦੇ ਹੋ? ਹਾਂਜੀ, ਜਿਵੇਂ ਆਪਣੀ GDP ਦਾ ਹੁਣ ਕਹਿ ਰਹੇ ਨੇ ਕਿ 6% ਜਿਹੜਾ GDP ਦਾ ਹਿੱਸਾ ਹੋਊਗਾ ਉਹ ਐਜੂਕੇਸ਼ਨ ਤੇ ਲਗਾਇਆ ਜਾਊਗਾ, ਇਸ ਸਿਸਟਮ ਤੇ ਲਗਾਇਆ ਜਾਊਗਾ। ਤੇ ਇੱਕ ਜਿਹੜਾ ਮੇਜਰ ਪੋਜ਼ਿਟਿਵ ਚੇਂਜ ਆਈ ਥਿੰਕ ਉਹ ਹੈਗਾ ਫੀਸ ਸਟਰਕਚਰ ਦਾ, ਕਿ ਜਿਵੇਂ ਪ੍ਰਾਈਵੇਟ ਸਕੂਲਸ ਨੇ ਉਹ ਕਾਫੀ ਜ਼ਿਆਦਾ ਹਾਈਅਰ ਮਤਲਬ ਫੀਸ ਚਾਰਜ ਕਰਦੇ ਨੇ,
ਤਾਂ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਕਿ ਇੱਕ ਫੀਸ ਜਿਹੜੀ ਆ ਉਹ ਫਿਕਸ ਕਰ ਦਿੱਤੀ ਜਾਊਗੀ ਕਿ ਇੰਨੀ ਲਿਮਿਟ ਤੋਂ ਉੱਪਰ ਜੋ ਵੀ ਪ੍ਰਾਈਵੇਟ ਸਕੂਲਸ ਵਗੈਰਾ ਨੇ ਉਹ ਫੀਸ ਚਾਰਜ ਨਹੀਂ ਕਰ ਸਕਣਗੇ। ਤਾਂ ਇਹ ਸ਼ਾਇਦ ਇੱਕ ਬੈਸਟ ਪੋਜ਼ਿਟਿਵ ਪੁਆਇੰਟ ਹੈ। ਤੇ ਇੱਕ ਹੋਰ ਹੈ ਕਿ ਅਗਰ ਰਿਜ਼ਲਟ ਹੈ, ਜਿਵੇਂ ਹੁਣ ਸਟੂਡੈਂਟ ਨੂੰ ਆਪਣਾ ਸੈਲਫ ਅਸੈਸਮੈਂਟ ਨਹੀਂ ਕਰਨੀ ਆਉਂਦੀ, ਅਗਰ ਜੌਬ ਤੇ ਜਾਂਦਾ ਸਟੂਡੈਂਟ, ਉਸ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਹੁੰਦਾ, ਆਪਣੇ ਬਾਰੇ ਨਹੀਂ ਪਤਾ ਹੁੰਦਾ, ਜਾਂ ਤਾਂ ਇਹਦੇ ਵਿੱਚ ਕੀ ਹੈ ਕਿ ਰਿਜ਼ਲਟ ਜਿਹੜਾ ਉਹ ਸਿਰਫ ਮਾਰਕਸ ਤੇ ਬੇਸਡ ਨਹੀਂ ਹੋਊਗਾ। ਮਾਰਕਸ ਤਾਂ ਹੋਣਗੇ ਹੀ ਹੋਣਗੇ, ਸਟੂਡੈਂਟ ਜਿਹੜਾ ਆਪਣੇ ਆਪ ਨੂੰ ਵੀ ਮਾਰਕਸ ਦਊਗਾ, ਸੈਲਫ ਅਸੈਸਮੈਂਟ ਹੋਊਗੀ, ਈਵਨ ਉਹਦੇ ਜਿਹੜੇ ਫਰੈਂਡਸ ਹੋਣਗੇ, ਪੀਅਰਸ ਹੋਣਗੇ, ਉਹ ਵੀ ਉਹਨੂੰ ਅਸੈਸਮੈਂਟ ਕਰਨਗੇ, ਉਹ ਵੀ ਉਹਨੂੰ ਮਾਰਕਸ ਦੇਣਗੇ। ਤੇ ਐਟ ਦੀ ਲਾਸਟ ਜਿਹੜੇ ਟੀਚਰਸ ਹੋਣਗੇ ਉਹ ਵੀ ਉਹ ਬੱਚੇ ਦਾ ਬਿਹੇਵੀਅਰ ਜਾਂ ਉਹ ਬੱਚਾ ਕਿੱਦਾਂ ਦਾ ਹੈ ਉਹਨੂੰ ਮਾਰਕਸ ਦੇਣਗੇ। ਤਾਂ ਇਹਦੇ ਨਾਲ ਆਈ ਥਿੰਕ ਇੱਕ ਐਨਵਾਇਰਨਮੈਂਟਲੀ ਗੁੱਡ ਜਿਹੜਾ ਐਨਵਾਇਰਨਮੈਂਟ ਹੈ ਉਹ ਬਣਿਆ ਰਹੂਗਾ ਕਿ ਹਾਂ ਜਿਹੜੇ ਸਟੂਡੈਂਟਸ ਨੇ ਉਹਨਾਂ ਦੀ ਆਪਣੇ ਪੀਅਰ ਗਰੁੱਪਸ ਨਾਲ ਵੀ ਵਧੀਆ ਬਣੂਗੀ ਕਿ ਉਹਨਾਂ ਨੇ ਮਾਰਕਸ ਲੈਣੇ ਆ, ਜਾਂ ਉਹ ਐਨਕਰੇਜ ਹੋਣਗੇ, ਮੋਟੀਵੇਟਡ ਹੋਣਗੇ ਕਿ ਉਹ ਸਾਰਿਆਂ ਨਾਲ ਰਲ ਮਿਲ ਕੇ ਰਹਿਣ। ਬੇਲੀ ਇਹਦੇ ਮਤਲਬ ਕਿ ਸਕਿੱਲ ਡਿਵੈਲਪਮੈਂਟ ਦੇ ਉੱਤੇ ਸਕਿੱਲ ਡਿਵੈਲਪਮੈਂਟ ਦੇ ਉੱਪਰ ਹੈ ਕਿ ਜਿਹੜੇ ਸਕਿੱਲਸ ਨੇ ਉਹ ਬੱਚਿਆਂ ਦੇ ਡਿਵੈਲਪ ਹੋਣਗੇ, ਆਪਸ ਵਿੱਚ ਇੱਕ ਦੂਜੇ ਨੂੰ ਬਹੁਤ ਸਾਰੀਆਂ ਚੀਜ਼ਾਂ ਲਰਨ ਕਰਵਾ ਸਕਦੇ ਨੇ। ਤੇ ਦਿਲਪ੍ਰੀਤ ਮੈਂ ਇੱਕ ਚੀਜ਼ ਹੋਰ ਐਡ ਕਰਨਾ ਚਾਹੁੰਦੀ ਹਾਂ ਕਿ ਜਿੱਦਾਂ ਕੁਲਵਿੰਦਰ ਨੇ ਕਿਹਾ ਸੀਗਾ ਕਿ 4 ਰੈਗੂਲੇਟਰੀ ਬੋਡੀਜ਼ ਨੇ, ਤੇ ਇਹਨਾਂ ਰੈਗੂਲੇਟਰੀ ਬੋਡੀਜ਼ ਦੇ ਲਈ ਟੀਚਰਸ ਨੂੰ ਵੀ ਅਲੱਗ ਤੋਂ ਟ੍ਰੇਨਿੰਗ ਦਿੱਤੀ ਜਾਊਗੀ ਕਿ ਹਾਂਜੀ ਉਹਨਾਂ ਨੇ ਕਿੱਦਾਂ ਸਬ ਸਿਸਟਮ ਨੂੰ ਹੈਂਡਲ ਕਰਨਾ ਹੈ। I want to add on the one point ਕਿ ਜਿਹੜੇ ਟੀਚਰਸ ਨੇ ਉਹਨਾਂ ਨੂੰ 4 ਈਅਰ ਦਾ ਕਹਿ ਰਹੇ ਨੇ ਕਿ ਪ੍ਰੋਗਰਾਮ ਹੈ ਜਿਹੜਾ ਉਹ ਟੀਚਿੰਗ ਦਾ ਦਿੱਤਾ ਜਾਊਗਾ, ਟ੍ਰੇਨਿੰਗ ਦਾ। ਤੇ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਟੀਚਰਸ ਨੇ ਉਹਨਾਂ ਨੂੰ ਟ੍ਰੇਨਿੰਗ ਤਾਂ ਦਿੱਤੀ ਜਾਊਗੀ, ਪਰ ਉਸ ਤੋਂ ਬਾਅਦ ਜੇ ਅਗਰ ਇੰਡੀਵਿਜੂਅਲੀ ਇੰਸਟੀਟਿਊਟ ਉਹਨਾਂ ਨੂੰ ਅਪੁਆਇੰਟ ਕਰ ਰਹੇ ਨੇ ਤਾਂ ਉਹਨਾਂ ਦੀ ਵਿਦਿਨ ਦੀ ਇੰਸਟੀਟਿਊਸ਼ਨ ਉਹਨਾਂ ਦੇ ਰਿਸਰਚ ਵਰਕ ਦੇਖ ਕੇ ਜਾਂ ਉਹਨਾਂ ਦੀ ਜੋ ਵੀ ਐਕਸੀਲੈਂਸੀ ਆ ਉਹਨੂੰ ਦੇਖਦੇ ਹੋਏ ਉਹਨਾਂ ਨੂੰ ਬਹੁਤ ਜਲਦੀ ਪ੍ਰਮੋਟ ਵੀ ਕੀਤਾ ਜਾਊਗਾ ਤੇ ਉਹਨਾਂ ਨੂੰ ਰਿਵਾਰਡ ਵੀ ਕੀਤਾ ਜਾਊਗਾ ਜੋ ਵੀ ਉਹ ਐਕਸੀਲੈਂਸੀਜ਼ ਕਰਨਗੇ। ਤੇ ਮੈਂ ਵੀ ਇੱਕ ਐਡ ਕਰਨਾ ਚਾਹੁੰਦੀ ਹਾਂ ਪੁਆਇੰਟ ਕਿ ਵੀ ਜਿਹੜਾ ਵੀ ਪਹਿਲਾਂ ਇਲੀਮੀਨੇਟ ਕਰਤਾ ਸੀਗਾ ਵੀ ਜੇ ਤੁਸੀਂ ਕਿਸੇ ਵੀ ਐਜੂਕੇਸ਼ਨ ਕਰਨ ਜਾਂਦੇ ਹੋ ਕਿਸੇ ਵੀ ਇੰਸਟੀਟਿਊਟ ਜਾਂ ਕਿਤੇ ਹੋਰ ਪਲੇਸ ਤੇ ਇੰਡੀਆ ਦੇ ਵਿੱਚ, ਤਾਂ ਤੁਸੀਂ ਆਪਣੀ ਮਦਰ ਟੰਗ ਨੂੰ ਇਲੀਮੀਨੇਟ ਕਰ ਦਿੰਦੇ ਹੋ। ਤੇ ਹੁਣ ਕੀ ਹੋ ਗਿਆ, ਤੁਸੀਂ ਆਪਣੀ ਮਦਰ ਟੰਗ ਨੂੰ ਹੀ ਅੱਗੇ ਪਰਸਿਊ ਕਰ ਸਕਦੇ ਹੋ, ਤੁਸੀਂ ਆਪਣੀ ਮਦਰ ਟੰਗ ਨੂੰ ਇਗਨੋਰ ਨਹੀਂ ਕਰ ਸਕਦੇ। ਸੋ ਇਹ ਵੀ ਇੱਕ ਮੇਨ ਫੋਕਸ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਦਾ। ਤੇ ਮੈਂ ਵੀ ਇੱਕ ਪੁਆਇੰਟ ਐਡ ਕਰਨਾ ਚਾਹੁੰਦੀ ਹਾਂ, ਜਿਵੇਂ ਕਿ ਵੀ ਇਹ ਪਾਲਿਸੀ ਦੇ ਅੰਡਰ ਇਹ ਵੀ ਹੈ ਕਿ ਜਿਹੜੀ ਬਾਹਰ ਦੀ ਟੌਪ 100 ਯੂਨੀਵਰਸਿਟੀਜ਼ ਹੈ ਉਹ ਮਤਲਬ ਕਿ ਇੰਡੀਆ 'ਚ ਆ ਕੇ ਲਾਈਕ ਆਪਣਾ ਉਹ ਖੋਲ ਸਕਦੀਆਂ ਨੇ। ਹਾਂਜੀ, ਸੋ ਇਹੀ ਸੀ ਸਾਡਾ ਅੱਜ ਦਾ ਵਿਸ਼ਾ ਤੇ ਇੱਥੇ ਆਏ ਸਾਰੇ ਮਹਿਮਾਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦੀ ਹਾਂ ਕਿ ਆਈ ਹੋਪ ਕਿ ਤੁਹਾਡੇ ਸਾਰਿਆਂ ਲਈ ਇਹ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੋਊਗਾ ਤੇ ਨੌਲੇਜੇਬਲ ਹੋਊਗਾ। ਤੇ ਅੱਗੇ ਮਿਲਦੇ ਆ ਨਵੇਂ ਵਿਸ਼ੇ ਦੇ ਨਾਲ। ਉਦੋਂ ਤੱਕ ਤੁਸੀਂ ਮਾਤਾ ਗੁਜਰੀ ਕਾਲਜ ਦੇ YouTube ਚੈਨਲ ਨਾਲ ਜੁੜੇ ਰਹੋ। ਧੰਨਵਾਦ।